ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਤੁਹਾਡੇ ਸਾਰਿਆਂ ਤੇ ਵੱਡੀ ਕਿਰਪਾ ਕਰੇ। ਅੱਜ ਦੇ ਸਮੇਂ ਤੇ ਅੱਜ ਦੀ ਘੜੀ ਲਈ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਜਿਸ ਨੇ ਸਾਨੂੰ ਅੱਜ ਦਾ ਸਮਾਂ ਦਿੱਤਾ ਹੈ। ਅਸੀਂ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ। ਅੱਜ ਅਸੀਂ ਗੱਲਬਾਤ ਕਰਾਂਗੇ ਇਸ ਦੁਨੀਆ ਦੇ ਅੰਤ ਦੇ ਬਾਰੇ, ਯੁੱਗਾਂ ਦੇ ਅੰਤ ਦੇ ਬਾਰੇ। ਇੱਕ ਵਾਰ ਜਦੋਂ ਪ੍ਰਭੂ ਯਿਸੂ ਮਸੀਹ ਜਾ ਰਹੀ ਸੀ ਯਰੂਸ਼ਲਮ ਨੂੰ, ਔਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਪ੍ਰਭੂ ਦੇ ਚੇਲਿਆਂ ਨੇ ਪ੍ਰਭੂ ਨੂੰ ਕਿਹਾ ਕਿ ਵੇਖੋ ਪ੍ਰਭੂ ਜੀ, ਕਿੱਡੀਆਂ ਕਿੱਡੀਆਂ ਵੱਡੀਆਂ ਇਮਾਰਤਾਂ ਨੇ। ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਵੀ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਵੀ ਇੱਥੇ ਪੱਥਰ ਤੇ ਪੱਥਰ ਵੀ ਛੱਡਿਆ ਨਹੀਂ ਜਾਵੇਗਾ। ਔਰ ਜਦੋਂ ਪਵਿੱਤਰ ਬਾਈਬਲ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ ਤੇ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਪ੍ਰਭੂ ਜੀ, ਸਾਨੂੰ ਦੱਸੋ ਵੀ ਉਹ ਸਮਾਂ ਕਦੋਂ ਆਵੇਗਾ ਤੇ ਉਹ ਗੱਲਾਂ ਕਦੋਂ ਬੀਤਣਗੀਆਂ। ਮੇਰੇ ਭਾਈ ਭੈਣੋ, ਸਰਵ ਸ਼ਕਤੀਮਾਨ ਪਰਮੇਸ਼ਰ ਦੀ ਬਾਣੀ, ਉਹਦਾ ਹੋਲੀ ਵਚਨ ਸਾਨੂੰ ਇਸ ਗੱਲ ਦਾ ਗਿਆਨ ਦਿੰਦਾ ਹੈ ਤੇ ਸਾਨੂੰ ਇਸ ਗੱਲ ਦੇ ਬਾਰੇ ਜਾਣੂ ਕਰਾਉਂਦਾ ਆ ਵੀ ਇਹ ਅੰਤ ਦੇ ਸਮੇਂ ਦੇ ਕੀ ਨਿਸ਼ਾਨ ਹੋਣਗੇ, ਅੰਤ ਦੇ ਸਮੇਂ ਵਿੱਚ ਕੀ ਕੁਝ ਵਾਪਰੇਗਾ। ਤਦ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਯੁੱਗਾਂ ਦੇ ਅੰਤ ਦੇ ਵਿੱਚ ਬਹੁਤ ਸਾਰੇ ਮੇਰਾ ਨਾਮ ਲੈ ਕੇ, ਮੇਰਾ ਨਾਮ ਧਾਰ ਕੇ ਆਉਣਗੇ ਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਪਹਿਲੀ ਨਿਸ਼ਾਨੀ ਪ੍ਰਭੂ ਯਿਸੂ ਮਸੀਹ ਨੇ ਦੱਸੀ ਹੈ ਵੀ ਪਹਿਲੀ ਨਿਸ਼ਾਨੀ ਤੇ ਇਹ ਹੈ ਵੀ ਮੇਰਾ ਨਾਮ ਲੈ ਕੇ, ਮੇਰਾ ਕਲਾਮ ਲੈ ਕੇ, ਮੇਰਾ ਵਚਨ ਲੈ ਕੇ ਤੁਹਾਡੇ ਤੋਂ ਆਉਣਗੇ ਤੇ ਤੁਹਾਨੂੰ ਭੁਲਾਵੇ ਦੇ ਵਿੱਚ ਪਾ ਦੇਣਗੇ। ਔਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ, ਆਪਣੇ ਚੇਲਿਆਂ ਨੂੰ ਕਿਹਾ ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਆਵਾਜ਼ਾਂ ਸੁਣੋਗੇ, ਭਾਵ ਕਿ ਚਾਰ ਚਫੇਰਿਓਂ ਲੜਾਈਆਂ ਦੀਆਂ ਗੱਲਾਂ ਸੁਣੋਗੇ। ਤਾਂ ਮੇਰੇ ਭਾਈ ਭੈਣੋ, ਸਰਵ ਸ਼ਕਤੀਮਾਨ ਪਰਮੇਸ਼ਰ ਦਾ ਵਚਨ ਹੋਲੀ ਬਾਈਬਲ ਸਾਨੂੰ ਇਸ ਗੱਲ ਦੇ ਬਾਰੇ ਜਾਣੂ ਕਰਾਉਂਦੀ ਹੈ। ਪਰਮੇਸ਼ਰ ਦਾ ਪਵਿੱਤਰ ਵਚਨ ਸਾਨੂੰ ਦੱਸਦਾ ਆ ਕਿ ਅੰਤ ਸਮੇਂ ਦੇ ਵਿੱਚ ਕੀ ਕੁਝ ਵਾਪਰਨ ਵਾਲਾ। ਜੋ ਅੱਜ ਦੇ ਟਾਈਮ ਦੇ ਵਿੱਚ ਇਸ ਦੁਨੀਆ ਦੇ ਉੱਤੇ ਹੋ ਰਿਹਾ ਆ, ਉਹ ਸਾਰਾ ਕੁਝ ਪਰਮੇਸ਼ਰ ਦੇ ਪਵਿੱਤਰ ਵਚਨ ਨੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਹੀ ਦੱਸ ਦਿੱਤਾ ਆ। ਔਰ ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਵਚਨ ਦੱਸਦਾ ਵੀ ਥਾਂ ਥਾਂ ਕਾਲ ਪੈਣਗੇ, ਭੁਚਾਲ ਆਉਣਗੇ ਔਰ ਮਰੀਆਂ ਪੈਣਗੀਆਂ। ਔਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਵੀ ਕੌਮ ਕੌਮ ਤੇ ਚੜ੍ਹਾਈ ਕਰੇਗੀ, ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ। ਇਹ ਆਉਣ ਵਾਲੇ ਸਮੇਂ ਦੀਆਂ ਗੱਲਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਪਵਿੱਤਰ ਬਾਈਬਲ ਦੇ ਵਿੱਚ ਬਿਆਨ ਕਰ ਦਿੱਤੀਆਂ ਗਈਆਂ ਨੇ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ ਵੀ ਅੰਤ ਦੇ ਸਮੇਂ ਦੇ ਵਿੱਚ ਥਾਂ ਥਾਂ ਕਾਲ ਪੈਣਗੇ, ਭੁਚਾਲ ਆਉਣਗੇ, ਮਹਾਂਮਾਰੀਆਂ ਜਿੱਦਾਂ ਕਰੋਨਾ ਵਾਇਰਸ ਆਈ, ਇਸ ਤਰ੍ਹਾਂ ਦੀਆਂ ਮਹਾਂਮਾਰੀਆਂ ਧਰਤੀ ਦੇ ਉੱਤੇ ਆਉਣਗੀਆਂ। ਔਰ ਕੌਮ ਕੌਮ ਉੱਤੇ ਚੜ੍ਹਾਈ ਕਰੇਗੀ। ਇੱਕ ਮਜ਼ਹਬ ਦੂਜੇ ਮਜ਼ਹਬ ਦੇ ਉੱਤੇ ਚੜ੍ਹਾਈ ਕਰੇਗਾ, ਇੱਕ ਧਰਮ ਦੂਜੇ ਧਰਮ ਤੇ ਚੜ੍ਹਾਈ ਕਰੇਗਾ, ਇੱਕ ਕੌਮ ਦੂਜੀ ਕੌਮ ਉੱਤੇ ਚੜ੍ਹਾਈ ਕਰੇਗੀ। ਔਰ ਪਰਮੇਸ਼ਰ ਦਾ ਵਚਨ ਕਹਿੰਦਾ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ। ਔਰ ਪ੍ਰਭੂ ਯਿਸੂ ਮਸੀਹ ਨੇ ਕਿਹਾ, ਜਦੋਂ ਮਤੀ ਦੀ ਅੰਜੀਲ 24 ਅਧਿਆਏ ਦੇ ਵਿੱਚ ਅਸੀਂ ਪੜ੍ਹਦੇ ਹਾਂ ਤੇ ਸਾਰੀ ਘਟਨਾ ਜਿਹੜੀ ਹੈ ਸਾਨੂੰ ਮਿਲਦੀ ਹੈ। ਤੇ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਪਿਆਰਿਓ, ਪਰਮੇਸ਼ਰ ਦੇ ਪ੍ਰੇਮੀਓ, ਇਹ ਸੱਚਾਈ ਹੈ ਵੀ ਦੁਨੀਆ ਦੇ ਯੁੱਗਾਂ ਦੇ ਅੰਤ ਦੇ ਵਿੱਚ ਸਭ ਕੁਝ ਵਾਪਰਨਾ ਹੈ। ਇਹ ਸਭ ਕੁਝ ਬੀਤਣਾ ਆ ਤੇ ਸਭ ਕੁਝ ਹੀ ਹੋਣਾ ਆ। ਤੇ ਅੱਜ ਪਰਮੇਸ਼ਰ ਦੇ ਵਚਨ ਨੂੰ ਅਸੀਂ ਆਪਣੇ ਜੀਵਨ ਵਿੱਚ ਰੱਖਣਾ। ਔਰ ਪਰਮੇਸ਼ਰ ਦਾ ਵਚਨ ਸਾਨੂੰ ਬਿਆਨ ਕਰਦਾ ਆ ਕਿ ਸਭ ਕੌਮਾਂ ਮੇਰੇ ਨਾਮ ਕਰਕੇ ਤੁਹਾਡੇ ਨਾਲ ਵੈਰ ਰੱਖਣਗੀਆਂ। ਤੇ ਇਸ ਗੱਲ ਨੂੰ ਅੱਜ ਅਸੀਂ ਜਾਣਨਾ
ਤੇ ਅੱਜ ਇਸ ਗੱਲ ਨੂੰ ਸਮਝਣਾ ਪਈ ਪ੍ਰਭੂ ਯਿਸੂ ਮਸੀਹ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਕਹਿ ਦਿੱਤਾ ਵੀ ਤੁਸੀਂ ਘਾਬਰਨਾ ਨਹੀਂ, ਤੁਸੀਂ ਘਬਰਾਉਣਾ ਨਹੀਂ, ਤੁਸੀਂ ਸੁਚੇਤ ਰਹਿਣਾ, ਖਬਰਦਾਰ ਰਹਿਣਾ ਆਪਣੇ ਜੀਵਨ ਦੇ ਵਿੱਚ। ਥਾਂ ਥਾਂ ਕਾਲ ਪੈਣਗੇ, ਭੁਚਾਲ ਆਉਣਗੇ, ਮਰੀਆਂ ਪੈਣਗੀਆਂ, ਤੁਹਾਡੇ ਤੇ ਝੂਠ ਮੂਠ ਦੋਸ਼ ਲੱਗਣਗੇ। ਔਰ ਕਲਾਮ ਪਰਮੇਸ਼ਰ ਦਾ ਪਵਿੱਤਰ ਵਚਨ ਦੱਸਦਾ ਆ ਵੀ ਸਰਵਸ਼ਕਤੀਮਾਨ ਪਰਮੇਸ਼ਰ ਦਾ ਵਚਨ ਇਹ ਗੱਲ ਕਹਿੰਦਾ ਆ ਵੀ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। ਤੇ ਮੇਰੇ ਭਾਈ ਭੈਣੋ, ਜੋ ਹਜ਼ਾਰਾਂ ਸਾਲ ਪਹਿਲਾਂ ਕਿਹਾ ਉਹ ਅੱਜ ਸਾਰਾ ਕੁਝ ਪੂਰਾ ਹੋ ਰਿਹਾ। ਭੁਚਾਲ ਵੀ ਆ ਰਹੇ, ਕਾਲ ਵੀ ਪੈ ਰਹੇ, ਇੱਕ ਮੁਲਕ ਦੂਜੇ ਮੁਲਕ ਨਾਲ ਲੜਾਈ ਵੀ ਕਰ ਰਿਹਾ। ਸਾਨੂੰ ਚਾਰ ਚਫੇਰੇ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਔਰ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਇਹ ਸਭ ਕੁਝ ਹੋਵੇਗਾ। ਤੇ ਅੱਜ ਜਗ੍ਹਾ ਜਗ੍ਹਾ ਤੇ ਮਸੀਹ ਦੇ ਪੁੱਤਰ ਯੀਸ਼ੂ ਦੇ ਨਾਮ ਦਾ ਵਿਰੋਧ ਕੀਤਾ ਜਾਂਦਾ। ਜਿੱਥੇ ਵੀ ਮਸੀਹ ਯੀਸ਼ੂ ਦੇ ਪਿਆਰੇ ਪਰਮੇਸ਼ਰ ਦੀ ਬਾਣੀ ਦਾ ਪ੍ਰਚਾਰ ਕਰਦੇ ਆ, ਉੱਥੇ ਉੱਥੇ ਹੀ ਪਰਮੇਸ਼ਰ ਦੀ ਬਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਬਹੁਤ ਸਾਰੀਆਂ ਜਗ੍ਹਾ ਤੇ ਸੁਣਨ ਨੂੰ ਮਿਲਦਾ, ਅੱਜ ਇਸ ਜਗ੍ਹਾ ਤੇ ਬੰਦਗੀ ਰੋਕ ਦਿੱਤੀ ਗਈ, ਅੱਜ ਇਸ ਪਿੰਡ ਵਿੱਚ ਪ੍ਰਚਾਰ ਹੁੰਦਾ ਸੀ ਤੇ ਰੋਕਿਆ ਗਿਆ। ਪਰ ਮੇਰੇ ਭਾਈ ਭੈਣੋ, ਇਹ ਕੋਈ ਨਵੀਂ ਗੱਲ ਨਹੀਂ, ਇਹ ਹਜ਼ਾਰਾਂ ਸਾਲ ਪਹਿਲਾਂ ਹੀ ਪਰਮੇਸ਼ਰ ਦੀ ਪਵਿੱਤਰ ਬਾਣੀ ਦੇ ਵਿੱਚ ਲਿਖ ਦਿੱਤੀ ਗਈ ਹੈ ਵੀ ਅੰਤ ਦੇ ਸਮੇਂ ਵਿੱਚ ਇਹ ਸਾਰਾ ਕੁਝ ਵਾਪਰੇਗਾ ਤੇ ਸਭ ਕੁਝ ਬੀਤੇਗਾ। ਔਰ ਅੱਗੇ ਲਿਖਿਆ ਮਤੀ ਦੀ ਅੰਜੀਲ 24 ਅਧਿਆਏ ਦੇ ਵਿੱਚ ਵੀ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਔਰ ਬਹੁਤਿਆਂ ਨੂੰ ਭੁਲੇਖੇ ਵਿੱਚ ਪਾ ਦੇਣਗੇ। ਔਰ ਪ੍ਰਭੂ ਨੇ ਇਹ ਵੀ ਕਿਹਾ ਵੀ ਅੰਤ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਝੂਠੇ ਨਬੀ ਵੀ ਉੱਠਣੇ ਆ ਜਿਨ੍ਹਾਂ ਨੇ ਸਾਨੂੰ ਭੁਲੇਖੇ ਦੇ ਵਿੱਚ ਪਾਉਣਾ ਆ। ਔਰ ਪਰਮੇਸ਼ਰ ਦਾ ਵਚਨ, ਪਰਮੇਸ਼ਰ ਦੀ ਬਾਣੀ ਸਾਨੂੰ ਇਸ ਗੱਲ ਦੇ ਉੱਤੇ ਜਾਗਰਤ ਕਰਦੀ ਹੈ, ਸਾਨੂੰ ਸੱਚਾਈ ਦੇ ਬਾਰੇ ਦੱਸਦੀ ਹੈ, ਸਾਨੂੰ ਪਰਮੇਸ਼ਰ ਦੇ ਆਉਣ ਵਾਲੇ ਉਸ ਸਮੇਂ ਦੇ ਬਾਰੇ ਦੱਸਦੀ ਹੈ, ਸਾਨੂੰ ਤਿਆਰ ਹੋਣ ਲਈ ਪ੍ਰੇਰਿਤ ਕਰਦੀ ਹੈ ਕਿ ਉਸ ਸਮੇਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹੀਏ। ਅੱਜ ਉਹ ਸਮਾਂ ਆ ਜਿਸ ਸਮੇਂ ਵਿੱਚ ਪਵਿੱਤਰ ਬਾਈਬਲ ਦੇ ਵਿੱਚ ਸਾਰਾ ਕੁਝ ਲਿਖਿਆ ਪੂਰਾ ਹੋ ਰਿਹਾ। ਪ੍ਰੇਮੀਓ, ਜਦੋਂ ਅਸੀਂ ਪਰਮੇਸ਼ਰ ਦੀ ਬਾਣੀ ਦੂਸਰਾ ਤਿਮੋਥੀਅਸ ਉਸ ਦਾ 3 ਅਧਿਆਏ 1 ਵਚਨ ਤੋਂ ਲੈ ਕੇ ਉਸ ਦੇ 4 ਵਚਨ ਤੱਕ ਪੜ੍ਹਦੇ ਹਾਂ, ਉੱਥੇ ਲਿਖਿਆ ਵੀ ਅੰਤ ਦਿਆਂ ਦਿਨਾਂ ਦੇ ਵਿੱਚ ਇਹੋ ਜਿਹੇ ਭੈੜੇ ਸਮੇਂ ਆਉਣਗੇ ਵੀ ਲੋਕ ਆਪ ਸਵਾਰਥੀ ਹੋਣਗੇ, ਮਾਇਆ ਦੇ ਲੋਭੀ ਹੋਣਗੇ, ਹੰਕਾਰੀ ਹੋਣਗੇ, ਸ਼ੇਖੀਬਾਜ਼ ਹੋਣਗੇ, ਕੁਫਰ ਵਕਣ ਵਾਲੇ ਹੋਣਗੇ, ਨਮਕ ਹਰਾਮ ਹੋਣਗੇ, ਕਰੜੇ ਸੁਭਾਅ ਦੇ ਹੋਣਗੇ, ਕਾਲੇ ਹੋਣਗੇ ਔਰ ਪਰਮੇਸ਼ਰ ਦੇ ਉੱਤੇ ਨਹੀਂ ਬਲਕਿ ਮਨੁੱਖਾਂ ਦੀਆਂ ਗੱਲਾਂ ਉੱਤੇ ਤੇ ਭੋਗ ਵਿਲਾਸ ਦੇ ਪਿਆਰੇ ਹੋਣਗੇ। ਇਹ ਰੱਬ ਦਾ ਪ੍ਰੇਮੀ ਸੰਤ ਪੌਲਸ ਸਰਵਸ਼ਕਤੀਮਾਨ ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖਦਾ ਵੀ ਅੰਤ ਦੇ ਸਮੇਂ ਇਸ ਤਰ੍ਹਾਂ ਦੇ ਆਉਣਗੇ, ਅੰਤ ਦੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ ਵੀ ਲੋਕ ਆਪ ਸਵਾਰਥੀ ਹੋਵੇਗਾ, ਉਹਨੂੰ ਦੂਜੇ ਦੇ ਨਾਲੋਂ ਕੋਈ ਮਤਲਬ ਨਹੀਂ ਵੀ ਦੂਜਾ ਬੰਦਾ ਕਿੱਦਾਂ ਦਾ ਨਹੀਂ, ਮੇਰਾ ਮਤਲਬ ਪੂਰਾ ਹੋਣਾ ਚਾਹੀਦਾ। ਭਾਵੇਂ ਮੇਰੇ ਕੰਮ ਕਰਕੇ ਦੂਜੇ ਨੂੰ ਘਾਟਾ ਪੈਂਦਾ, ਭਾਵੇਂ ਮੇਰੇ ਕਰਕੇ ਦੂਜੇ ਦੀ ਜਾਨ ਜਾਂਦੀ ਤੇ ਜਾਵੇ, ਪਰ ਮੇਰਾ ਮਤਲਬ ਪੂਰਾ ਹੋਣਾ ਚਾਹੀਦਾ। ਇਹ ਆਪ ਸਵਾਰਥੀ ਬਹੁਤ ਸਾਰੇ ਲੋਕ ਜਦੋਂ ਪੈਸੇ ਲੈਣ ਦੀ ਗੱਲ ਹੁੰਦੀ ਹੈ ਤੇ ਬਹੁਤ ਪਿਆਰ ਨਾਲ ਗੱਲ ਕਰਦੇ ਆ, ਪਰ ਜਦੋਂ ਪੈਸੇ ਵਾਪਸ ਕਰਨ ਦੀ ਗੱਲ ਹੁੰਦੀ ਹੈ ਬੁਲਾਉਣਾ ਬੋਲਣਾ ਹੀ ਛੱਡ ਦਿੰਦੇ ਨੇ। ਇਹ ਕਲਾਮ ਕਹਿੰਦਾ ਏ ਅੰਤ ਦੇ ਦਿਨਾਂ ਵਿੱਚ ਲੋਕ ਆਪ ਸਵਾਰਥੀ ਹੋਣਗੇ, ਮਾਇਆ ਦੇ ਲੋਭੀ ਹੋਣਗੇ, ਸ਼ੇਖੀਬਾਜ਼ ਹੋਣਗੇ, ਹੰਕਾਰੀ ਹੋਣਗੇ, ਕਰੜੇ ਸੁਭਾਅ ਦੇ ਹੋਣਗੇ, ਨਮਕ ਹਰਾਮ ਹੋਣਗੇ, ਕਾਲੇ ਹੋਣਗੇ ਔਰ ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖਿਆ ਭੋਗ ਵਿਲਾਸਾਂ ਨੂੰ ਪਿਆਰ ਕਰਨ ਵਾਲੇ ਹੋਣਗੇ, ਨਾ ਆਪਣੇ ਸਰਵਸ਼ਕਤੀਮਾਨ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਹੋਣਗੇ। ਰੱਬ ਦੇ ਪ੍ਰੇਮੀਓ, ਅੱਜ ਮੈਂ ਰੱਬ ਦੀ ਬਾਣੀ ਦੇ ਵਿੱਚੋਂ ਤੁਹਾਡੇ ਨਾਲ ਇਹ ਸਾਰੀਆਂ ਗੱਲਾਂ ਇਸ ਲਈ ਸਾਂਝੀਆਂ ਕਰ ਰਿਹਾ ਵੀ ਹਜ਼ਾਰਾਂ ਸਾਲ ਪਹਿਲਾਂ ਪਵਿੱਤਰ ਬਾਈਬਲ ਦੇ ਵਿੱਚ ਇਹ ਗੱਲਾਂ ਬਿਆਨ ਕਰ ਦਿੱਤੀਆਂ ਗਈਆਂ ਨੇ, ਜਿਹੜੀਆਂ ਅੱਜ ਇਸ ਦੁਨੀਆ ਦੇ ਉੱਤੇ ਪੂਰੀਆਂ ਹੋ ਰਹੀਆਂ। ਇਹ ਹਜ਼ਾਰਾਂ ਸਾਲ ਪਹਿਲਾਂ ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖੀਆਂ ਗਈਆਂ ਤੇ ਪਰਮੇਸ਼ਰ ਦੀ ਬਾਣੀ ਦੇ ਵਿੱਚ ਦੱਸੀਆਂ ਗਈਆਂ। ਜਦੋਂ ਦੂਜਾ ਪਤਰਸ ਉਸ ਦਾ 2 ਅਧਿਆਇ, ਦੂਸਰਾ ਪਤਰਸ ਉਸ ਦਾ 3 ਅਧਿਆਏ
ਉਹਦੇ 8 ਵਚਨ ਤੋਂ ਲੈ ਕੇ 12 ਵਚਨ ਤੱਕ ਪੜ੍ਹਦੇ ਹਾਂ, ਉੱਥੇ ਵੀ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਪ੍ਰਭੂ, हे ਭਰਾਵੋ, ਇਹ ਗੱਲ ਤੁਹਾਡੇ ਤੋਂ ਲੁਕੀ ਨਾ ਰਵੇ, ਇਹ ਗੱਲ ਦਾ ਕਿਸੇ ਤਰ੍ਹਾਂ ਦਾ ਤੁਹਾਡੇ ਤੋਂ ਛੁਪੀ ਨਾ ਰਵੇ ਕਿ ਪ੍ਰਭੂ ਵਾਅਦੇ ਦਾ ਮੱਠਾ ਨਹੀਂ, ਪ੍ਰਭੂ ਆਪਣੀ ਗੱਲ ਦਾ ਮੱਠਾ ਨਹੀਂ। ਕਿੰਨੇ ਇਸ ਗੱਲ ਦਾ ਭਰਮ ਕਰਦੇ ਆ ਕਿ ਪ੍ਰਭੂ ਵਾਅਦੇ ਦਾ ਮੱਠਾ, ਪ੍ਰਭੂ ਆਪਣੇ ਵਾਅਦੇ ਦਾ ਝੂਠਾ, ਕਿ ਪ੍ਰਭੂ ਨੇ ਵਾਅਦਾ ਕੀਤਾ ਕਿ ਮੈਂ ਆਵਾਂਗਾ ਬੱਦਲਾਂ ਤੇ ਉਹ ਵਾਪਸ ਨਹੀਂ ਆਇਆ। ਤੇ ਸੰਤ ਪਤਰਸ ਕਹਿੰਦਾ, ਭਰਾਵੋ, ਪ੍ਰਭੂ ਵਾਅਦੇ ਦਾ ਮੱਠਾ ਨਹੀਂ। ਇਹ ਭੇਤ ਦੀ ਗੱਲ ਜਾਣ ਰੱਖੋ ਵੀ ਸਾਡਾ 1000 ਸਾਲ ਪ੍ਰਭੂ ਦੇ ਅੱਗੇ ਇੱਕ ਦਿਨ ਵਰਗਾ ਆ, ਤੇ ਪ੍ਰਭੂ ਦਾ ਇੱਕ ਦਿਨ ਸਾਡੇ ਲਈ 1000 ਸਾਲ ਵਰਗਾ ਆ। ਤੇ ਮੇਰੇ ਭਾਈ ਭੈਣੋ, ਸਰਵਸ਼ਕਤੀਮਾਨ ਪਰਮੇਸ਼ਰ ਦੀ ਬਾਣੀ, ਸਰਵਸ਼ਕਤੀਮਾਨ ਪਰਮੇਸ਼ਰ ਦਾ ਪਵਿੱਤਰ ਵਚਨ ਇਸ ਗੱਲ ਦਾ ਸਾਨੂੰ ਭੇਤ ਦਿੰਦਾ ਆ, ਇਸ ਗੱਲ ਦੇ ਬਾਰੇ ਸਾਨੂੰ ਸਿਖਾਉਂਦਾ ਆ, ਇਸ ਗੱਲ ਬਾਰੇ ਸਾਨੂੰ ਦੱਸਦਾ ਆ ਕਿ ਪ੍ਰਭੂ ਦਾ ਜਿਹੜਾ ਇੱਕ ਦਿਨ ਹੈ ਉਹ 1000 ਸਾਲਾਂ ਦੇ ਬਰਾਬਰ ਹੈ। ਤੇ ਮੇਰੇ ਭਾਈ ਭੈਣੋ, ਪ੍ਰਭੂ ਯਿਸੂ ਮਸੀਹ ਨੂੰ ਇਸ ਦੁਨੀਆ ਉੱਤੇ ਆਏ ਨੂੰ ਇਸ ਦੁਨੀਆ ਤੇ 2022 ਸਾਲ ਲਗਭਗ ਹੋ ਚੁੱਕੇ ਨੇ। ਤੇ ਫਿਰ ਜੇ ਹਿਸਾਬ ਲਾਈਏ ਤੇ 2000 ਸਾਲ ਇਸ ਦੁਨੀਆ ਦੇ ਹਿਸਾਬ ਨਾਲ ਹੋਏ ਆ, ਤੇ ਪ੍ਰਭੂ ਦੇ ਹਿਸਾਬ ਦੇ ਨਾਲ ਸਿਰਫ 2 ਦਿਨ ਹੀ ਬੀਤੇ ਨੇ। ਤੇ ਫਿਰ ਦੇਰੀ ਕਿੱਥੋਂ ਹੋ ਰਹੀ ਹੈ? ਪ੍ਰਭੂ ਦੇ ਹਿਸਾਬ ਦੇ ਨਾਲ ਸਿਰਫ 2 ਦਿਨ ਬੀਤੇ ਨੇ, ਤੇ ਸਾਡੇ ਹਿਸਾਬ ਦੇ ਨਾਲ 2000 ਸਾਲ ਬੀਤ ਗਏ। ਤੇ ਮੇਰੇ ਭਾਈ ਭੈਣੋ, ਪ੍ਰਭੂ ਆਪਣੇ ਵਾਅਦੇ ਦਾ ਮੱਠਾ ਨਹੀਂ, ਉਹ ਵਾਅਦੇ ਦਾ ਝੂਠਾ ਨਹੀਂ, ਉਹ ਸੱਚਾ ਆ। ਆਪਣੇ ਕਲਾਮ ਨੂੰ ਪੂਰਾ ਕਰੇਗਾ, ਆਪਣੇ ਹੋਲੀ ਵਚਨ ਨੂੰ ਪੂਰਾ ਕਰੇਗਾ, ਆਪਣੀ ਪਵਿੱਤਰ ਬਾਣੀ, ਆਪਣੇ ਮੂੰਹ ਦੇ ਲਫਾਜ਼ਾਂ ਨੂੰ ਪੂਰਾ ਕਰੇਗਾ। ਉਸ ਨੇ ਕਿਹਾ, ਧਰਤੀ ਟਲ ਸਕਦਾ, ਆਕਾਸ਼ ਟਲ ਸਕਦਾ, ਧਰਤੀ ਆਕਾਸ਼ ਟਲ ਜਾਣਗੇ, ਪਰ ਮੇਰੇ ਵਚਨ ਕਦੀ ਵੀ ਟਲਣਗੇ ਨਹੀਂ। ਮੇਰੇ ਵਚਨ ਦੀ ਇੱਕ ਬਿੰਦੀ ਵੀ ਨਾ ਟਲੇਗੀ। ਤੇ ਮੇਰੇ ਭਾਈ ਭੈਣੋ, ਜੇ ਪ੍ਰਭੂ ਨੇ ਕਿਹਾ ਕਿ ਮੈਂ ਆਵਾਂਗਾ, ਤੇ ਇਹ ਪੱਕੀ ਗੱਲ ਹੈ ਕਿ ਪ੍ਰਭੂ ਯਿਸੂ ਮਸੀਹ ਜਲਦੀ ਬੱਦਲਾਂ ਦੇ ਉੱਤੇ ਆ ਰਹੇ ਨੇ। ਇਸ ਲਈ ਸਾਨੂੰ ਤਿਆਰ ਹੋਣ ਦੀ ਜ਼ਰੂਰਤ ਹੈ। ਔਰ ਅੱਗੇ ਪਤਰਸ ਕਹਿੰਦਾ ਵੀ ਜੇ ਦੇਰੀ ਹੋ ਰਹੀ ਹੈ ਤੇ ਉਹਦਾ ਕਾਰਨ ਹੈ ਵੀ ਕੋਈ ਵੀ ਰੂਹ, ਕੋਈ ਵੀ ਬੰਦਾ ਨਾਸ਼ ਨਾ ਹੋਵੇ, ਬਲਕਿ ਸਭ ਤੋਬਾ ਦੇ ਰਸਤੇ ਵੱਲ ਮੁੜਨ। ਔਰ ਅੱਗੇ ਲਿਖਿਆ, ਇਹ ਧਰਤੀ ਸਾਰੇ ਕਾਰਾਗਰੀਆਂ ਸਣੇ ਪਗਲ ਜਾਵੇਗੀ, ਮੁੱਢਲੀਆਂ ਚੀਜ਼ਾਂ ਨਾਸ਼ ਹੋ ਜਾਣਗੀਆਂ। ਜਿਸ ਤਰ੍ਹਾਂ ਪਲਾਸਟਿਕ ਢਲਦੀ ਹੈ, ਲਿਫਾਫੇ ਢਲਦੇ ਆ, ਇਸ ਤਰ੍ਹਾਂ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਵੀ ਇਹ ਦੁਨੀਆ ਦੀਆਂ ਸਾਰੀਆਂ ਵਸਤਾਂ ਢਲ ਜਾਣਗੀਆਂ, ਦੁਨੀਆ ਦੀਆਂ ਸਾਰੀਆਂ ਵਸਤਾਂ ਪੱਗਰ ਜਾਣਗੀਆਂ। ਤੇ ਲਿਖਿਆ, ਜਦੋਂ ਇਹ ਸਭ ਕੁਝ ਇਸ ਤਰ੍ਹਾਂ ਹੋਣ ਵਾਲਾ, ਦੁਨੀਆ ਦੀਆਂ ਸਾਰੀਆਂ ਕਾਰਾਗਰੀਆਂ ਖਤਮ ਹੋਣ ਵਾਲੀਆਂ, ਤੇ ਫਿਰ ਸਾਨੂੰ ਭਗਤੀ ਵਿੱਚ ਕਿਹੋ ਜਿਹੇ ਬਣਨਾ ਚਾਹੀਦਾ। ਰੱਬ ਦਾ ਪ੍ਰੇਮੀ ਸਾਨੂੰ ਸੁਚੇਤ ਕਰਦਾ, ਸਾਨੂੰ ਪਵਿੱਤਰ ਕਿਹੋ ਜਿਹੀ ਚਾਲ ਚੱਲਣੀ ਚਾਹੀਦੀ, ਕਿਹੋ ਜਿਹੇ ਭਗਤੀ ਦੇ ਵਿੱਚ ਹੋਣਾ ਚਾਹੀਦਾ। ਤੇ ਮੇਰੇ ਭਾਈ ਭੈਣੋ, ਅੱਜ ਮੈਂ ਇਹੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਇਹੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਆਪਣੇ ਜੀਵਨ ਦੇ ਵਿੱਚ ਸਰਵਸ਼ਕਤੀਮਾਨ ਪਰਮੇਸ਼ਰ ਦੇ ਪ੍ਰੇਮ ਨੂੰ ਰੱਖੀਏ, ਉਹਦੇ ਵਚਨ ਨੂੰ ਰੱਖੀਏ। ਧਰਤੀ ਆਕਾਸ਼ ਟਲ ਸਕਦੇ, ਉਹਦੇ ਵਚਨ ਨਹੀਂ ਟਲਣਗੇ। ਪ੍ਰਭੂ ਨੇ ਸਾਨੂੰ ਆਉਣ ਵਾਲੇ ਸਮੇਂ ਬਾਰੇ ਦੱਸਿਆ ਵੀ ਬਹੁਤ ਸਾਰੇ ਮੇਰਾ ਨਾਮ ਲੈ ਕੇ ਆਉਣਗੇ ਤੇ ਭੁਲੇਖੇ ਵਿੱਚ ਪਾਉਣਗੇ, ਥਾਂ ਥਾਂ ਕਾਲ ਪੈਣਗੇ, ਭੁਚਾਲ ਆਉਣਗੇ, ਮਰੀਆਂ ਪੈਣਗੀਆਂ, ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ, ਕੌਮ ਤੇ ਚੜ੍ਹਾਈ ਕਰੇਗੀ, ਔਰ ਸਾਰੀਆਂ ਕੌਮਾਂ ਮੇਰੇ ਨਾਮ ਕਰਕੇ ਤੁਹਾਡੇ ਨਾਲ ਵੈਰ ਰੱਖਣਗੀਆਂ। ਬਹੁਤ ਸਾਰੇ ਝੂਠੇ ਨਬੀ ਉੱਠਣਗੇ ਜਿਹੜੇ ਬਹੁਤਿਆਂ ਨੂੰ ਆਪਣੇ ਪਿੱਛੇ ਵੱਡੀਆਂ ਕਰਾਮਾਤਾਂ ਕਰਕੇ ਆਪਣੇ ਪਿੱਛੇ ਲਾ ਲੈਣਗੇ। ਤੇ ਮੇਰੇ ਭਾਈ ਭੈਣੋ, ਕਰਾਮਾਤਾਂ ਨੂੰ ਨਾ ਫੜੋ, ਜੇ ਫੜਨਾ ਤੇ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਫੜ ਲਓ, ਜਿਹੜਾ ਅਟਲ ਨੀਂਹ ਦੀ ਤਰ੍ਹਾਂ ਆ, ਜਿਹੜਾ ਕਦੀ ਵੀ ਹਿੱਲਦਾ ਨਹੀਂ। ਉਹ ਵਚਨ ਇਨਸਾਨ ਦੀ ਜ਼ਿੰਦਗੀ 'ਚ ਜਦੋਂ ਰਹਿੰਦਾ ਆ ਤੇ ਉਹ ਇਨਸਾਨ ਆਪਣੇ ਜੀਵਨ ਦੇ ਵਿੱਚ ਕਦੀ ਵੀ ਡੋਲਦਾ ਨਹੀਂ। ਸੋ ਪਰਮੇਸ਼ਰ ਇਹਨਾਂ ਵਚਨਾਂ ਦੇ ਨਾਲ ਤੁਹਾਨੂੰ ਬਰਕਤ ਦੇਵੇ। ਸਭ ਨੂੰ ਜੈ ਮਸੀਹ ਦੀ ਔਰ ਸਾਰਿਆਂ ਨੂੰ ਸਲਾਮ, ਆਸ਼ੀਸ਼।